मराठी का रुख कर लेने साडे सहयोगी सीधे जुड़ रहे हैं साडे नाल गलबात दे लई। मनोज, बहुत कुछ हले भी इस दे विच साफ होना बाकी है। सोर्सेस तो खबरां ने, आपां इस नूं डिटेन कहिए या ना कहिए, गिरफ्तारी कहिए या ना कहिए, क्योंकि जदों एक चीज पिन पॉइंट होगी कि इस लोकेशन ते फलाना बंदा बैठा है और ये साडे देश का मुजरिम है, और ਜਦੋਂ ਤੁਹਾਡੇ ਇੰਟਰਨੈਸ਼ਨਲ ਰਿਲੇਸ਼ਨਸ ਉਸ ਦੇਸ਼ ਦੇ ਨਾਲ ਕਿਹੋ ਜਿਹੇ ਨੇ ਉਹਨਾਂ ਦੇ ਆਧਾਰ ਤੇ ਇਹਨਾਂ ਚੀਜ਼ਾਂ ਨੂੰ ਪਿਨ ਪੁਆਇੰਟ ਕੀਤਾ ਜਾਂਦਾ ਹੈ, ਤਾਂ ਫਿਰ ਉਹ ਉਸ ਏਰੀਏ ਤੋਂ ਬਾਹਰ ਤੇ ਨਹੀਂ ਜਾ ਸਕਦਾ। ਜਾਂ ਘੱਟੋ ਘੱਟ ਏਜੰਸੀਆਂ ਕੱਲ ਨੂੰ ਇਹ ਤਾਂ ਨਹੀਂ ਕਹਿ ਸਕਦੀਆਂ ਵਿਦੇਸ਼ੀ ਕਿ ਜੀ ਉਹ ਬੰਦਾ ਅਸੀਂ ਲੱਭਿਆ ਸੀ ਪਰ ਉਹ ਪਤਾ ਨਹੀਂ ਕਿੱਥੇ ਚਲਾ ਗਿਆ। बिल्कुल बिल्कुल विजय, जी अहम जानकारी तुसी भी दे रहे सीगे। हालांकि इहदे विच असी अरेस्ट नहीं, ਇਹਦੇ ਵਿੱਚ ਡਿਟੇਨ यानी कि निगरानी च जे ਆਪਾਂ ਜੇ ਗੱਲ ਕਰੀਏ ਮੋਨੀਟਰ ਨਿਗਰਾਨੀ ਦੀ ਅਸੀਂ ਗੱਲ ਕਰ ਲਏ ਤਾਂ ਉਹਨੂੰ ਕਿਉਂਕਿ ਖੂਫੀਆ ਏਜੰਸੀ ਹੈ, ਕਿਉਂਕਿ ਇੰਡੀਆ ਦੀ ਜਿਹੜੀ ਖੂਫੀਆ ਏਜੰਸੀ ਲਗਾਤਾਰ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਕਿ ਰੈੱਡ ਕਾਰਨਰ ਨੋਟਿਸ ਜਿਹੜਾ ਹੈ ਉਹ ਕੱਢਿਆ ਸੀਗਾ ਲਗਾਤਾਰ ਜਿਹੜੀ ਇਹਦੇ ਤੀ, ਕਿਉਂਕਿ ਇਹਦੇ ਵਿੱਚ ਜਿਹੜਾ ਡੋਜ਼ੀਅਰ ਤੁਸੀਂ ਵੇਖੋ ਪੰਜਾਬ ਪੁਲਿਸ ਦਾ ਤੇ ਉਹਦੇ ਵਿੱਚ ਲਗਾਤਾਰ ਜਿਹੜਾ ਗੋਲਡੀ ਬਰਾੜ ਹੈ ਉਹਦਾ ਹੁਲੀਆ ਆਪਣਾ ਚੇਂਜ ਕਰਦਾ ਨਜ਼ਰ ਆ ਰਿਹਾ ਸੀ। ਹਾਲਾਂਕਿ ਤੁਸੀਂ ਜਿੱਦਾਂ ਜ਼ਿਕਰ ਵੀ ਕਰ ਰਹੇ ਹੋ ਕਿ ਕੈਨੇਡਾ ਉਹਨੇ ਛੱਡਿਆ, ਸਿੱਧੂ ਮੂਸੇਵਾਲੇ ਦੇ ਮਰਡਰ ਤੋਂ ਬਾਅਦ ਉਹਨੂੰ ਵੀ ਡਰ ਸੀਗਾ ਕਿਉਂਕਿ ਫੈਨ ਫੋਲੋਇੰਗ ਸਿੱਧੂ ਮੂਸੇਵਾਲੇ ਦੀ ਬਹੁਤ ਹੈ ਕੈਨੇਡਾ 'ਚ, ਤੇ ਉਹਨੂੰ ਡਰ ਸੀਗਾ, ਉਹਨੇ ਠਿਕਾਣਾ ਜਿਹੜਾ ਹੈ ਉਹ ਚੇਂਜ ਕੀਤਾ। ਹੁਣ ਜਿਹੜੀ ਲੋਕੇਸ਼ਨ ਆਈ ਹੈ ਜਿੱਥੋਂ ਉਹਨੂੰ ਲੋਕੇਟ ਕੀਤਾ ਹੈ, ਜਿਹੜਾ ਤੁਸੀਂ ਵੀ ਜ਼ਿਕਰ ਕਰ ਰਹੇ ਹੋ ਸਾਲਟ ਲੇਕ ਸਿਟੀ, ਉਸ ਤੋਂ ਪਹਿਲਾਂ ਵੀ ਯੂਨੀਅਨ ਇੱਕ ਸਿਟੀ ਹੈਗੀ ਯੂਨੀਅਨ ਸਿਟੀ 'ਚ ਪਹਿਲਾਂ ਲੋਕੇਟ ਕੀਤਾ ਸੀ, ਔਰ ਉਸ ਤੋਂ ਬਾਅਦ ਕਿਉਂਕਿ ਲਗਾਤਾਰ ਗੋਲਡੀ ਬਰਾੜ ਲਗਾਤਾਰ ਆਪਣੇ ਜਿਹੜੇ ਠਿਕਾਣੇ ਉਹ ਬਦਲ ਰਿਹਾ ਸੀਗਾ, ਕਿਉਂਕਿ ਉਹਨੂੰ ਵੀ ਕਿਤੇ ਨਾ ਕਿਤੇ ਇਹ ਸੀਗਾ कि मैं हुण फड़िया जा सकदा, मैं क्योंकि लगातार खुफिया एजेंसी, सेंट्रल एजेंसी और जिहड़ी भी काउंटर इंटैलीजेंस है, चाहे वो पंजाब पुलिस होवे चाहे वो NIA दा बहुत बड़ा रोल इहदे विच हुंदा है, सेंट्रल ब्यूरो ऑफ इन्वेस्टिगेशन लगातार इहदे विच काम कर रहे सीगे, और NIA ने गृह मंत्रालय नूं इहदे विच सिफारिश भी कीती सी क्योंकि कि जिहड़ा इन्हां नूं टैरिस्ट जिहड़ी है वो डेजिग्नेटेड टैरिस्ट जिहड़ा है घोषित किया जाए। UAPA दे तहत ਜਿਹੜੇ ਵੀ 10 ਤੋਂ 12 ਜਿਹੜੇ ਗੈਂਗਸਟਰ ਨੇ ਇਹ ਕੈਟੇਗਰੀ ਦੇ, ਉਹਨਾਂ ਦੇ ਵਿੱਚ ਗੋਲਡੀ ਬਰਾੜ ਦਾ ਨਾਂ ਵੀ ਸ਼ਾਮਿਲ ਸੀਗਾ। ਹਾਲਾਂਕਿ ਇਹਦੇ ਵਿੱਚ ਲਗਾਤਾਰ ਕੰਮ ਚੱਲ ਰਿਹਾ ਸੀਗਾ, ਖੁਫੀਆ ਏਜੰਸੀ ਸਾਰੀ ਚੀਜ਼ਾਂ ਸ਼ੇਅਰ ਕਰਦੀ ਨਜ਼ਰ ਆ ਰਹੀ ਸੀ ਕਿਉਂਕਿ ਉਹ ਜਿਹੜੇ ਬਾਰ-ਬਾਰ ਹੁਲੀਆ ਆਪਣਾ ਚੇਂਜ ਕਰ ਰਿਹਾ ਸੀਗਾ, ਉਹਨੂੰ ਲੈ ਕੇ ਲਗਾਤਾਰ ਕੰਮ ਚੱਲ ਰਿਹਾ ਸੀਗਾ। ਜਿਹੜੀ ਹੁਣ ਟੌਪ ਸੋਰਸ ਤੋਂ ਜਿਹੜੀ ਜਾਣਕਾਰੀ ਮਿਲ ਰਹੀ ਹੈ ਕਿ ਬਾਹਰ ਦੀ ਜਿਹੜੀ ਖੁਫੀਆ ਏਜੰਸੀਜ਼ ਨੇ, ਉਹਨਾਂ ਦੀ ਜਿਹੜੀ ਇੰਟੈਲੀਜੈਂਸ ਨੇ ਉਹ ਲਗਾਤਾਰ ਉਹਦੇ ਤੇ ਨਜ਼ਰ ਬਣਾਏ ਹੋਏ ਸੀਗੇ ਤੇ ਉਹਨੂੰ ਲੋਕੇਟ ਕੀਤਾ, ਉਹਨੂੰ ਮੋਨੀਟਰ, ਉਹਨੂੰ ਨਿਗਰਾਨੀ 'ਚ ਰੱਖਿਆ ਹੋਇਆ। ਨਿਗਰਾਨੀ ਦਾ ਮਤਲਬ ਕੀ ਹੁੰਦਾ ਹੈ ਕਿ ਉਹਨੂੰ डिटेन ਜਿਹੜਾ ਹੈਗਾ ਉਹ ਕੀਤਾ ਹੋਇਆ। ਹਾਲਾਂਕਿ ਹੁਣ ਇਹ ਨਹੀਂ ਕਹਿ ਸਕਦੇ ਕਿ ਅਸੀਂ ਉਹਨੂੰ ਨਿਗਰਾਨੀ 'ਚ ਰੱਖਿਆ ਔਰ ਉਤੋਂ ਉਹ ਭੱਜ ਗਿਆ ਜਾਂ ਫਰਾਰ ਹੋ ਗਿਆ, ਕਿਉਂਕਿ ਉਹ ਵੀ ਇੱਕ ਜ਼ਿੰਮੇਵਾਰੀ ਹੁੰਦੀ ਹੈ, ਕਿਉਂਕਿ ਇੱਕ ਵੱਡਾ ਮੁਜਰਿਮ ਹੈ, ਇੱਕ ਵੱਡਾ ਗੈਂਗਸਟਰ ਹੈ, ਇੱਕ ਵੱਡਾ ਅਪਰਾਧੀ ਹੈ, ਔਰ ਜਿਹੜੀ ਵੀ ਸਾਰੀ ਚੀਜ਼ਾਂ ਹੋਈਆਂ ਇੰਡੀਆ 'ਚ ਜਾਂ ਪੰਜਾਬ 'ਚ ਜਿਹੜੀ ਵੀ ਚੀਜ਼ਾਂ ਹੋਈਆਂ, ਜਿਹੜੀ ਵੀ ਵਾਰਦਾਤਾਂ ਹੋਈਆਂ, ਜਿਹੜੇ ਵੀ ਵੱਡਾ ਹਾਈ ਪ੍ਰੋਫਾਈਲ ਮਰਡਰ ਹੋਇਆ, ਚਾਹੇ ਉਹ ਸਿੱਧੂ ਮੂਸੇਵਾਲੇ ਦਾ ਹੋਵੇ ਜਾਂ ਫਿਰ ਹੁਣ ਰੀਸੈਂਟ ਜਿਹੜਾ ਡੇਰਾ ਪ੍ਰੇਮੀ ਪ੍ਰਦੀਪ ਦਾ ਮਰਡਰ ਹੋਵੇ, ਜਾਂ ਪਹਿਲਾਂ ਵੀ ਉਸ ਤੋਂ ਪਹਿਲਾਂ ਜਿਹੜੇ ਪੋਲੀਟੀਕਲੀ ਲੀਡਰ ਰਸੂਖਦਾਰ ਜਾਂ ਜਿਨ੍ਹਾਂ ਨੂੰ ਫੋਨ ਆਏ ਰੰਗਦਾਰੀ ਦੀ ਕਾਲ, ਕਈ ਇਸ ਤਰ੍ਹਾਂ ਦੇ ਮਾਮਲੇ ਜਿਹੜੇ ਹੈਗੇ ਜਿਹਦੇ ਵਿੱਚ ਖੁਦ ਗੋਲਡੀ ਬਰਾੜ ਜਿਹੜਾ ਹੈਗਾ ਜ਼ਿੰਮੇਵਾਰ ਹੈ, ਖੁਦ ਜ਼ਿੰਮੇਵਾਰੀ ਉਹ ਲੈਂਦਾ ਸੀਗਾ। ਕਈ ਚੀਜ਼ਾਂ ਉਹਨੇ ਇਸ ਤਰ੍ਹਾਂ ਦੀ ਨੈਕਸਸ ਇੱਥੇ ਬਣਾਇਆ ਹੋਈ ਸੀਗਾ। ਇੱਕ ਚੀਜ਼ ਜਿਹੜੀ ਹੈ ਉਹ ਸ਼ੇਅਰਿੰਗ ਕੀਤੀ ਜਾਂਦੀ ਹੈ, ਕਿਉਂਕਿ ਜਦ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਜਾਂਦਾ ਹੈ ਕਿਸੇ ਵੀ ਅਪਰਾਧੀ ਦਾ, ਉਹਦੇ ਵਿੱਚ ਸਾਰੀ ਜਿਹੜੀ ਰਿਪੋਰਟ ਤਿਆਰ ਕੀਤੀ ਜਾਂਦੀ ਹੈ ਵਿਜੇ, ਉਹਦੇ ਵਿੱਚ ਸਾਰੀ ਚੀਜ਼ਾਂ ਲਿਖੀ ਜਾਂਦੀ ਹੈ ਕਿ ਇਹਨੇ ਇਸ ਤਰ੍ਹਾਂ ਦਾ ਅਪਰਾਧ ਕੀਤਾ ਹੋਇਆ, ਇਸ ਤਰ੍ਹਾਂ ਇਹਨੇ ਇਹ ਵਾਂਟਡ ਹੈਗਾ, ਇਸ ਤਰ੍ਹਾਂ ਦੇ ਇਹਨੇ ਜਿਹੜੇ ਹੈਗੇ ਕੰਮ ਕੀਤੇ ਹੈ, ਇਸ ਤਰ੍ਹਾਂ ਦੀ ਚੀਜ਼ਾਂ ਇੱਕ ਚੀਜ਼ ਜਿਹੜੀ ਸ਼ੇਅਰਿੰਗ ਕੀਤੀ ਜਾਂਦੀ ਹੈ, ਔਰ ਉਸ ਤੋਂ ਬਾਅਦ ਉੱਥੇ ਸ਼ੇਅਰਿੰਗ ਕਰਨ ਤੋਂ ਬਾਅਦ ਉਹਨੂੰ ਸਾਰੀ ਜਿਹੜੀ ਹੈਗੀ ਉਹ ਜਿਹੜਾ ਹੈਗਾ ਪ੍ਰੋਸੈਸ ਹੁੰਦਾ ਹੈ। ਹਾਲਾਂਕਿ ਹੁਣ ਇਹਦੇ ਵਿੱਚ ਕਿਸ ਤਰ੍ਹਾਂ ਦਾ ਪ੍ਰੋਸੈਸ ਹੁੰਦਾ, ਉਹਨੂੰ ਲਾਣ ਦਾ ਕਿਸ ਤਰ੍ਹਾਂ ਦਾ ਹੁੰਦਾ ਹੈ, ਹੁਣ ਇਹ ਜਿਹੜਾ ਹੈਗਾ ਉਹ ਕੀਤਾ ਜਾਏਗਾ, ਕਿਉਂਕਿ ਇੱਕ ਕਈ ਮੁਸ਼ਕਿਲਾਂ ਵੀ ਹੋ ਸਕਦੀ ਹੈ ਲਾਣ 'ਚ, ਕਿਉਂਕਿ ਉਹ PR ਹੈਗਾ ਕੈਨੇਡਾ ਦਾ, PR ਹੈਗਾ ਕੈਨੇਡਾ ਦਾ। तो उस तो इलावा हुण किस तरह की जिहड़ी हैगी इंडिया NIA दी असीं गल कर लई या फिर खुफिया एजेंसी है सेंटर एजेंसी हुण किस तरह की जिहड़ा हैगा प्रोसैस शुरू करनगी है उन्होंने लैके आण दी, क्योंकि बड़ा ही क्लीयर है विजय, बहुत ही क्लीयर है। हुण एक नहीं दो नहीं तीन एग्जाम्पल्स ने। पंजाब पुलिस बार बार पहला भी कह चुकी है कि ये कोई ये ना समझे जिहड़ा शातिर अपराधी है कि इत्थे किसी वारदात नूं अंजाम दो, तुसीं विदेश भजो ते तुसीं फड़े नहीं जा सकते। सचिन थापन दी असीं गल कर लईए कि पासपोर्ट ते भज्जिया सी बाहर, ठीक है बिल्कुल ठीक है मनोज, तुसीं बने रहना साडे नाल बने रहना, ये गल बहुत अहम है। अनमोल बिश्नोई भी कि तुसीं किड्डा भी वड्डा क्राइम कर लो, एक चीज ते प्रूव है कि कानून दे हत्थ बड़े लंबे आ, तुसीं उस तो बच नहीं सकदे। होर बहुत सारे ने हले जिहड़े फड़े जाने बाकी ने, अनमोल बिश्नोई, सचिन बिश्नोई जिहड़े कनेडा भज्जे होए ने, उन्हां दी भी हले गिरफ्तारी बाकी है। पर गोल्डी बराड़ दी जिहड़ा है उसनूं डिटेन करना या उसकी लोकेशन ट्रेस करके ते उसनूं उत्थे एक एरिया दे विच उत्थे रख देना या उसकी मॉनिटरिंग करना, यानी उत्थों दीयां एजेंसियां दे हत्थों आ चुके हैं। सिर्फ इंडिया ने अपनी फॉर्मैलिटी करनी है और वो अपनी फॉर्मैलिटी दे जरिए अगे उत्थे प्रूव करना पैंदा, क्योंकि उत्थों दा सिस्टम जिहड़ा है ये डिपेंड करदा कि किस देश दे नाल तुहाडी
एक्सट्राडिशन ट्रीटी कैसी है और उस देश ਦੇ ਨਾਲ ਤੁਹਾਡੇ ਸੰਬੰਧ कैसे ਨੇ ਕਿਉਂਕਿ ਅਮਰੀਕਾ ਵਰਗੇ ਤੇ ਐਸੇ ਦੇਸ਼ ਨੇ ਉੱਥੇ ਤੁਸੀਂ ਕਦੇ ਵੀ ਐ ਨਹੀਂ ਕਿ ਗਏ ਤੇ ਆਪਣਾ ਮੁਜਰਮ ਫੜ ਕੇ ਲੈ ਕੇ ਆ ਗਏ ਉੱਥੇ ਤੁਹਾਨੂੰ ਇੱਕ ਬਹੁਤ ਲੰਬੀ ਚੌੜੀ ਪ੍ਰੋਸੈਸ ਦੇ ਵਿੱਚੋਂ ਲੰਘਣਾ ਪੈਂਦਾ ਫੇਰ ਹੀ ਤੁਸੀਂ ਉੱਥੋਂ ਕਿਸੇ ਮੁਜਰਮ ਨੂੰ ਆਪਣੇ ਨਾਲ ਇੱਥੇ ਲੈ ਕੇ ਆ ਸਕਦੇ ਹੋ ਪਰ ਮੈਨੂੰ ਲੱਗਦਾ ਵੀ ਇੱਕ ਚੀਜ਼ ਜਿਹੜੀਆਂ ਏਜੰਸੀਆਂ ਨੇ ਉਹਨਾਂ ਨੂੰ ਪ੍ਰੂਵ ਕਰਨ ਦੇ ਵਿੱਚ ਕਹਿ ਸਕਦੇ ਆ ਕਿ ਆਸਾਨੀ ਰਹੀ ਹੋਏਗੀ ਕਿਉਂਕਿ ਜਦੋਂ ਸਿੱਧੂ ਮੂਸੇਵਾਲਾ ਦਾ ਮਰਡਰ ਹੋਇਆ ਤਾਂ ਉਹ ਵਰਲਡ ਵਾਈਡ US ਦੇ ਵਿੱਚ ਵੀ ਉਹ ਉਨਾ ਹੀ ਚਰਚਿਤ ਹੋਇਆ ਜਿੰਨਾ ਇੰਡੀਆ ਦੇ ਵਿੱਚ ਹੋਇਆ ਔਰ ਜਿੰਨੀ ਕਮਿਊਨਿਟੀ ਦੇ ਲੋਕ ਉੱਥੇ ਰਹਿੰਦੇ ਨੇ ਪੰਜਾਬੀ ਛੱਡੋ ਹੋਰ ਦੇਸ਼ਾਂ ਦੇ ਪਾਕਿਸਤਾਨੀ ਜਾਂ ਹੋਰ ਜਿਹੜੇ ਉਹ ਵੀ ਨੇ ਫੋਰਨਰ ਵੀ ਨੇ ਉੱਥੋਂ ਦੇ ਰਹਿਣ ਵਾਲੇ ਨੇ ਉਹ ਵੀ ਲੋਕ ਸਿੱਧੂ ਮੂਸੇਵਾਲਾ ਦੇ ਮਰਡਰ ਤੋਂ ਬੜੇ ਆਹਤ ਹੋਏ ਸੋ ਕਿਤੇ ਨਾ ਕਿਤੇ ਉੱਥੋਂ ਦੀਆਂ ਸਰਕਾਰਾਂ ਤੇ ਇਸ ਚੀਜ਼ ਬਾਰੇ ਬੜੀ ਚੰਗੀ ਤਰ੍ਹਾਂ ਜਾਣਦੀਆਂ ਨੇ ਸੋ ਇਹ ਜਾਣਕਾਰੀ ਜੋ ਨਿਕਲ ਕੇ ਆ ਰਹੀ ਹੈ ਕਿ 20 ਨਵੰਬਰ ਦੇ ਆਸ-ਪਾਸ ਜਿਹੜੀ ਉਸਦੀ ਐਗਜ਼ੈਕਟ ਲੋਕੇਸ਼ਨ ਹੈ ਕਿ ਉਹ ਕਿੱਥੇ ਹੈ ਉਹ ਟਰੇਸ ਹੋ ਗਈ ਸੀ ਪਿਨ ਪੁਆਇੰਟ ਕੀਤਾ ਔਰ ਉੱਥੇ ਫਿਰ ਉਹਨੂੰ ਉਸ ਤੋਂ ਬਾਅਦ ਉਸ ਦੀ ਹੁਣ ਜਿਹੜੀ ਨਜ਼ਰਸਾਨੀ ਹੈ ਜਾਂ ਮੋਨੀਟਰਿੰਗ ਹੈ ਉਹ ਕੀਤੀ ਜਾ ਰਹੀ ਹੈ ਯਾਨੀ ਉੱਥੋਂ ਦੀਆਂ ਏਜੰਸੀਆਂ ਦੇ ਉਹ ਦਾਇਰੇ ਦੇ ਵਿੱਚ ਹੈ ਘੇਰੇ ਦੇ ਵਿੱਚ ਹੈ ਜਾਂ ਕਬਜ਼ੇ ਦੇ ਵਿੱਚ ਹੈ ਜਾਂ ਕਹੀਏ ਉਹਨਾਂ ਨੇ ਹਿਰਾਸਤ ਦੇ ਵਿੱਚ ਰੱਖਿਆ ਹੋਇਆ ਜੋ ਅਸੀਂ ਪਹਿਲਾਂ ਵੀ ਜ਼ਿਕਰ ਕਰ ਰਹੇ ਸੀ ਕਿ ਆਈਬੀ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੂੰ NIA ਦਾ ਬਹੁਤ ਵੱਡਾ ਰੋਲ ਹੈ NIA ਦਾ ਰੋਲ ਹੈ AGTF ਦਾ ਰੋਲ ਹੈ ਇਸ ਸਭ ਦੇ ਵਿੱਚ ਕੈਨੇਡਾ ਤੋਂ ਟਿਕਾਣਾ ਬਦਲ ਕੇ ਕੈਲੀਫੋਰਨੀਆ ਪਹੁੰਚਿਆ ਸੀ ਨਿਊਜ਼ 18 ਨੇ ਹੀ ਇਹ ਖਬਰ ਬ੍ਰੇਕ ਕੀਤੀ ਸੀ ਸਭ ਤੋਂ ਪਹਿਲਾਂ ਕਿ ਉਹ ਕੈਲੀਫੋਰਨੀਆ ਪਹੁੰਚ ਗਿਆ ਹੈ ਕੈਨੇਡਾ ਛੱਡ ਦਿੱਤਾ ਹੈ ਜਿਵੇਂ ਵਿਜੇ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਕੈਨੇਡਾ 'ਚ ਪੰਜਾਬੀ ਭਾਈਚਾਰਾ ਬਹੁਤ ਵੱਡੀ ਗਿਣਤੀ 'ਚ ਹੈ ਤੇ ਸਿੱਧੂ ਮੂਸੇਵਾਲਾ ਦੇ ਕਿਤੇ ਨਾ ਕਿਤੇ ਡਰ ਸੀ ਕਿ ਕੱਲ ਨੂੰ ਕੋਈ ਉੱਥੇ ਨੁਕਸਾਨ ਪਹੁੰਚਾ ਸਕਦਾ ਹੈ ਉੱਥੇ ਇਸ ਤੇ ਹਮਲਾ ਕਰ ਸਕਦਾ ਹੈ ਸੋ ਇਸ ਕਰਕੇ ਇਸਨੇ ਆਪਣਾ ਟਿਕਾਣਾ ਬਦਲਿਆ ਔਰ ਕੈਲੀਫੋਰਨੀਆ ਦੇ ਵਿੱਚ ਵੀ ਜਿਹੜੇ ਇਲਾਕਿਆਂ 'ਚ ਗਿਆ ਫ੍ਰਿਜ਼ਨੋ ਸਿਟੀ ਹੈ ਸਾਲਟ ਲੇਕ ਸਿਟੀ ਹੈ ਇਹ ਬੜੇ ਦੂਰ ਦੁਰਾਡੇ ਪਹਾੜੀ ਏਰੀਆ ਪੈਂਦਾ ਹੈ ਉੱਥੇ ਲੁਕਣਾ ਆਸਾਨ ਹੈ ਜ਼ਿਕਰ ਹੋ ਰਿਹਾ ਸੀ ਕਿ ਸਿਆਸੀ ਪਨਾਹ ਲੈਣ ਦੀ ਵੀ ਕੋਸ਼ਿਸ਼ ਕੀਤੀ ਹੈ ਕਿ ਜੇ ਕਿਸੇ ਤਰੀਕੇ ਇਸ ਐਕਸਟ੍ਰਾਡੀਸ਼ਨ ਤੋਂ ਜਾਂ ਇਸ ਸਾਰੀ ਕਾਰਵਾਈ ਤੋਂ ਬਚਿਆ ਜਾ ਸਕੇ ਸਿਆਸੀ ਪਨਾਹ ਲੈਣ ਦੀ ਵੀ ਕੋਸ਼ਿਸ਼ ਹੋਈ ਹੈ ਇਹ ਦੋ ਵਕੀਲਾਂ ਦਾ ਜਿਹੜਾ ਜ਼ਿਕਰ ਆ ਰਿਹਾ ਕਿ ਦੋ ਵਕੀਲਾਂ ਦੀ ਗੋਲਡੀ ਬਰਾੜ ਨੇ ਮਦਦ ਮੰਗੀ ਸੀ ਉਹਦੇ ਚੋਂ ਇੱਕ ਵਕੀਲ ਨੇ ਮਨਾ ਕਰ ਦਿੱਤਾ ਸੀ ਉਸ ਤੋਂ ਬਾਅਦ ਦੂਸਰੇ ਵਕੀਲ ਨੇ ਇਸ ਦਾ ਕੇਸ ਉਹੀ ਚੀਜ਼ ਹੈ ਨਾ ਜਿਸ ਦਾ ਆਪਾਂ ਅਰਸ਼ੀ ਜ਼ਿਕਰ ਕਰ ਰਹੇ ਹਾਂ ਕਿ ਜੇ ਉੱਥੇ ਕੋਰਟ ਦੇ ਵਿੱਚ ਕੇਸ ਲੱਗੇ ਹੋਏ ਨੇ ਤਾਂ ਜਦੋਂ ਤੱਕ ਉੱਥੋਂ ਦੀ ਕੋਰਟ ਉਸ ਤੇ ਕੋਈ ਆਪਣਾ ਨਹੀਂ ਦਿੰਦੀ ਡਿਸੀਜਨ ਜਾਂ ਉਹ ਆਪਣਾ ਕੋਈ ਟਿੱਪਣੀਆਂ ਨਹੀਂ ਕਰਦੀ ਤਾਂ ਉਦੋਂ ਤੱਕ ਫਿਰ ਤੁਸੀਂ ਜਿਹੜੀਆਂ ਇੰਡੀਅਨ ਅਥਾਰਟੀਜ਼ ਨੇ ਜਾਂ ਇੰਡੀਅਨ ਏਜੰਸੀਜ਼ ਨੇ ਸਿਕਿਉਰਿਟੀ ਫੋਰਸਿਸ ਨੇ ਉਹਨਾਂ ਦੇ ਹਵਾਲੇ ਨਹੀਂ ਕੀਤਾ ਜਾ ਸਕਦਾ ਕਿਸੇ ਨੂੰ ਸੋ ਉੱਥੋਂ ਦੀ ਜੇਲ੍ਹ 'ਚ ਰਹਿ ਕੇ ਉੱਥੋਂ ਦੀ ਪ੍ਰੋਸੈਸ ਨੂੰ ਫੋਲੋ ਕਰਕੇ ਇੱਕ ਤਰੀਕੇ ਦੇ ਨਾਲ ਉਸ ਦੇ ਵਿੱਚੋਂ ਇੱਕ ਲੰਬੀ ਚੌੜੀ ਪ੍ਰੋਸੈਸ ਹੁੰਦੀ ਹੈ ਇਹ ਨਹੀਂ ਹੈ ਕਿ ਅੱਜ ਖਬਰ ਆਈ ਕਿ ਡਿਟੇਨ ਕਰ ਲਿਆ ਔਰ ਉਸ ਤੋਂ ਬਾਅਦ ਆਪਾਂ ਉਮੀਦ ਕਰੀਏ ਕਿ 2 ਦਿਨਾਂ ਦੇ ਵਿੱਚ ਗੋਲਡੀ ਬਰਾੜ ਨੂੰ ਹਿੰਦੁਸਤਾਨ ਲੈ ਆਂਦਾ ਜਾਏਗਾ ਇੰਨਾ ਈਜ਼ੀ ਨਹੀਂ ਹੈ ਇੰਨਾ ਸੌਖਾ ਨਹੀਂ ਹੈ ਇੱਕ ਬਹੁਤ ਲੰਬਾ ਪ੍ਰੋਸੈਸ ਹੈ ਇਸੇ ਕਰਕੇ ਜ਼ਿਕਰ ਇਸ ਦਾ ਵੀ ਕਰਨਾ ਬਣਦਾ ਹੈ ਕਿ ਕੈਲੀਫੋਰਨੀਆ 'ਚ ਗੋਲਡੀ ਬਰਾੜ ਨੂੰ ਡਿਟੇਨ ਕੀਤਾ ਗਿਆ ਅਜ਼ਰਬਾਈਜਾਨ 'ਚ ਸਚਿਨ ਥਾਪਨ ਜੋ ਕਿ ਫਰਾਰ ਹੋ ਗਿਆ ਸੀ ਦੁਬਈ ਦੇ ਵਿੱਚ ਅਨਮੋਲ ਬਿਸ਼ਨੋਈ ਨੂੰ ਡਿਟੇਨ ਕੀਤਾ ਹੋਇਆ ਲੇਕਿਨ ਉਹੀ ਗੱਲ ਕਿ ਲੰਬਾ ਪ੍ਰੋਸੈਸ ਹੁੰਦਾ ਹੈ ਕਿ ਉਹਨਾਂ ਨੂੰ ਭਾਰਤ ਲਿਆਉਣ ਦਾ ਜਿਹੜਾ ਪ੍ਰੋਸੈਸ ਹੈ ਉਸ ਦੇ ਵਿੱਚ ਕੀ ਕੁਝ ਸਰਕਾਰ ਦੇ ਵੱਲੋਂ ਕਾਰਵਾਈ ਕਰਨੀ ਚਾਹੀਦੀ ਦੇਸ਼ ਐਸੇ ਨੇ ਜਿਵੇਂ ਸੁਖਪ੍ਰੀਤ ਬੁੱਢਾ ਨੂੰ ਅਰਮੇਨੀਆ ਤੋਂ ਜਦੋਂ ਅਰੈਸਟ ਕੀਤਾ ਗਿਆ ਸੀ ਤਾਂ ਉਦੋਂ ਪੁਲਿਸ ਉਸ ਨੂੰ 2 ਦਿਨ ਦੇ ਵਿੱਚ ਲੈ ਕੇ ਆ ਗਈ ਸੀ ਕਿਉਂਕਿ ਉੱਥੇ ਉਹਨਾਂ ਕੋਲੇ ਨਾ ਤਾਂ ਕੋਈ ਉੱਥੋਂ ਦੀ ਸਿਟੀਜ਼ਨਸ਼ਿਪ ਸੀ ਨਾ ਕੋਈ ਉੱਥੋਂ ਦਾ ਉਹਨਾਂ ਕੋਲੇ ਕੋਈ PR ਸੀ ਨਾ ਐਸਾ ਕੁਝ ਹੈ ਨਹੀਂ ਸੀ ਉਹ ਸਿਰਫ ਭਗੌੜੇ ਸੀ ਔਰ ਉਹਨਾਂ ਦੇਸ਼ਾਂ ਜਾ ਕੇ ਲੁਕੇ ਸੀ ਉਦੋਂ ਜਿਹੜੀ ਪ੍ਰੋਸੈਸ ਆ ਉਹ ਆਸਾਨ ਹੋ ਜਾਂਦੀ ਹੈ ਹੁਣ ਗੋਲਡੀ ਬਰਾੜ ਦਾ ਪਹਿਲਾਂ ਸਾਰਾ ਚੈੱਕ ਕਰਨਾ ਪਏਗਾ ਕਿ ਗੋਲਡੀ ਬਰਾੜ ਉੱਥੇ ਕਿਸ ਬੇਸ ਤੇ ਰਹਿ ਰਿਹਾ ਸੀ ਕੀ ਉਸਨੇ ਉੱਥੇ ਕੋਈ ਅਸਾਈਲਮ ਅਪਲਾਈ ਪਹਿਲਾਂ ਤੋਂ ਕੀਤੀ ਹੋਈ ਸੀ ਜਾਂ ਸਿੱਧੂ ਮੂਸੇਵਾਲਾ ਦੇ ਮਰਡਰ ਤੋਂ ਬਾਅਦ ਕੀਤੀ ਹੈ ਔਰ ਇੱਕ ਚੀਜ਼ ਦਾ ਜ਼ਿਕਰ ਮੈਂ ਅਰਸ਼ਦੀਪ ਹੋਰ ਕਰਨਾ ਚਾਹੂੰਗਾ ਕੱਲ ਅਸੀਂ ਇਹ ਖਬਰ ਵੀ ਦਿੰਦੇ ਰਹੇ ਹਾਂ ਦਰਸ਼ਕਾਂ ਨੂੰ ਪੂਰਾ ਦਿਨ ਇੱਕ ਹੈਡਲਾਈਨ ਸਟੋਰੀ ਸਾਡੀ ਚੱਲਦੀ ਰਹੀ ਹੈ ਕਿ 4-5 ਜਿਹੜੇ ਗੈਂਗਸਟਰ ਨੇ ਉਹਨਾਂ ਨੂੰ ਅੱਤਵਾਦੀ ਐਲਾਨਣ ਦੀ ਪ੍ਰਕਿਰਿਆ ਜਿਹੜੀ ਹੈ ਉਹ ਆਰੰਭ ਦਿੱਤੀ ਗਈ ਹੈ ਹਾਲਾਂਕਿ ਇਸ ਖਬਰ ਦੇ ਨਾਲ ਉਸ ਦਾ ਕਿੰਨਾ ਕੁ ਲਿੰਕ ਹੈ ਪਰ ਕਿਉਂਕਿ ਇਸ ਨੂੰ ਜੋੜ ਕੇ ਜ਼ਰੂਰ ਦੇਖਿਆ ਜਾ ਸਕਦਾ ਹੈ ਕਿਉਂਕਿ ਕੱਲ ਜਿਹੜੀ ਇਹ ਖਬਰ ਆਈ ਸੀ ਕੇਂਦਰ ਦੇ ਜਿਹੜੇ ਏਜੰਸੀਆਂ ਦੇ ਸੂਤਰ ਨੇ ਜਾਂ ਸਿਕਿਉਰਿਟੀ ਫੋਰਸਿਸ ਦੇ ਸੋਰਸਿਸ ਨੇ ਉਹਨਾਂ ਤੋਂ ਕਿ 4-5 ਐਸੇ ਵੱਡੇ ਨਾਮ ਨੇ ਵੱਡੇ ਗੈਂਗਸਟਰ ਨੇ ਜਿਨ੍ਹਾਂ ਨੂੰ ਅੱਤਵਾਦੀ ਐਲਾਨਣ ਦੀ ਪ੍ਰਕਿਰਿਆ ਕੇਂਦਰ ਸਰਕਾਰ ਨੇ ਭਾਰਤ ਸਰਕਾਰ ਨੇ ਸ਼ੁਰੂ ਕੀਤੀ ਔਰ ਉਸ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਗੁਨਾਹਗਾਰ ਵੀ ਸ਼ਾਮਲ ਨੇ ਦੈਟ ਮੀਨਸ ਨਾਮ ਭਾਵੇਂ ਉਹਨਾਂ ਵੱਲੋਂ ਨਹੀਂ ਦੱਸਿਆ ਗਿਆ ਪਰ ਜੇ ਸਿੱਧੂ ਮੂਸੇਵਾਲਾ ਦੇ ਗੁਨਾਹਗਾਰ ਸ਼ਾਮਲ ਨੇ ਤਾਂ ਜ਼ਿਕਰ ਗੋਲਡੀ ਬਰਾੜ ਦਾ ਹੀ ਆਬਵੀਅਸਲੀ ਜਿਹੜਾ ਬਾਹਰ ਹੈ ਦੇਸ਼ ਤੋਂ ਉਸ ਦਾ ਜ਼ਿਕਰ ਆਉਂਦਾ ਹੈ ਪਿਛਲੇ ਦਿਨਾਂ ਦੇ ਵਿੱਚ ਇਹ ਵੀ ਚੀਜ਼ਾਂ ਸਾਫ਼ ਹੋਈਆਂ ਨੇ ਕਿ ਕਿਵੇਂ ਗੈਂਗਸਟਰ ਤੇ ਅੱਤਵਾਦੀਆਂ ਦੇ ਲਿੰਕ ਨੇ ਆਪਸ ਦੇ ਵਿੱਚ ਬਿਲਕੁਲ ਔਰ ਮੈਂ ਇਸ ਚੀਜ਼ ਨੂੰ ਥੋੜਾ ਜਿਹਾ ਹੋਰ ਐਲੈਬੋਰੇਟ ਕਰਨਾ ਚਾਹੂੰਗਾ ਸਾਡੇ ਦਰਸ਼ਕਾਂ ਦੇ ਲਈ ਅਰਸ਼ਦੀਪ ਕਿ ਜਦੋਂ ਕੇਂਦਰ ਸਰਕਾਰ ਨੇ ਇਹ ਕੱਲ ਦੀ ਖਬਰ ਹੈ ਕੱਲ ਖਬਰ ਆਈ ਸੀ ਕਿ ਉਸ ਨੂੰ ਅੱਤਵਾਦੀ ਐਲਾਨਣ ਦੀ ਜਿਹੜੀ ਪ੍ਰਕਿਰਿਆ ਹੈ ਉਹ ਕੇਂਦਰ ਸਰਕਾਰ ਨੇ ਸ਼ੁਰੂ ਕੀਤੀ ਹੈ ਸੋ ਹੁਣ ਜੇ ਇਹ ਖਬਰ ਜਦੋਂ
ਅਸੀਂ ਬ੍ਰੇਕ ਕੀਤੀ ਹੈ। ਜੇ ਇਸ ਖਬਰ ਨਾਲ ਉਸ ਦਾ ਲਿੰਕ ਜੋੜੀਏ ਕਿ ਜੇ 20 ਨਵੰਬਰ ਤੋਂ ਗੋਲਡੀ ਬਰਾੜ ਉੱਥੇ ਬੰਨ ਲਿਆ ਜਾਵੇ ਕਿ ਉਹਨਾਂ ਦੀ ਨਜ਼ਰਸਾਨੀ ਦੇ ਵਿੱਚ ਸੀ, ਉਹ ਉਸ ਤੇ ਨਜ਼ਰ ਰੱਖ ਰਹੇ ਸੀ, ਜਾਂ ਇਹਨਾਂ ਨੇ ਏਰੀਆ ਪਿਨ ਪੁਆਇੰਟ ਕਰ ਲਿਆ ਸੀ, ਜਾਂ ਉੱਥੋਂ ਦੀਆਂ ਏਜੰਸੀਆਂ ਨੂੰ ਕਹਿਤਾ ਸੀ ਕਿ ਸਾਡਾ ਮੁਜਰਮ ਆ, ਅਸੀਂ ਇਸ ਨੂੰ ਲੈ ਕੇ ਜਾਣਾ ਹੈ, ਤਾਂ ਉਸ ਦੇ ਵਿੱਚ ਇਹ ਪ੍ਰੋਸੈਸ ਜੇ ਕੱਲ ਖਬਰ ਆਉਂਦੀ ਹੈ 10 ਦਿਨ ਬਾਅਦ 1 ਦਸੰਬਰ ਨੂੰ ਖਬਰ ਆਉਂਦੀ ਹੈ ਕਿ ਕੇਂਦਰ ਸਰਕਾਰ ਅੱਤਵਾਦੀ ਐਲਾਨਣ ਦੀ ਪ੍ਰਕਿਰਿਆ ਸ਼ੁਰੂ ਕਰ ਚੁੱਕੀ ਹੈ, ਤਾਂ ਉੱਥੇ ਇਸ ਦੀ ਐਕਸਟ੍ਰਾਡੀਸ਼ਨ ਦੇ ਵਿੱਚ ਹੋਰ ਆਸਾਨੀ ਹੋ ਜਾਏਗੀ। ਇੰਡੀਆ ਨੂੰ ਆਪਣਾ ਪ੍ਰੂਵ ਕਰਨਾ ਕੇਸ ਕਿ ਅਸੀਂ ਇਸ ਬੰਦੇ ਨੂੰ ਹਿੰਦੁਸਤਾਨ ਦੇ ਵਿੱਚ ਇੱਕ ਖਤਰਨਾਕ ਅੱਤਵਾਦੀ ਐਲਾਨ ਚੁੱਕੇ ਹੈ। ਸੋ ਇਸ ਕਰਕੇ ਫਿਰ ਤੇ ਉਹਨਾਂ ਨੂੰ ਹੈਂਡਓਵਰ ਕਰਨਾ ਪਏਗਾ। ਫਿਰ ਹੋ ਸਕਦਾ ਜਿਹੜੇ ਅਸਾਈਲਮ ਦੇ ਕੇਸ ਗੋਲਡੀ ਬਰਾੜ ਨੇ ਉੱਥੇ ਲਾਏ ਨੇ ਉਹ ਕਮਜ਼ੋਰ ਪੈ ਜਾਣ, ਕਿਉਂਕਿ ਜਦੋਂ ਇੰਡੀਆ ਆਪਣਾ ਪੱਖ ਰੱਖ ਦੇਗਾ ਔਰ ਇੰਡੀਆ ਇਹ ਕਹਿ ਦੇਗਾ ਕਿ ਅਸੀਂ ਉਸ ਨੂੰ ਐਲਾਨ ਕਰ ਦਿੱਤਾ ਇੱਕ ਖਤਰਨਾਕ ਅੱਤਵਾਦੀ, ਤਾਂ ਫਿਰ ਉੱਥੇ ਜਿਹੜੀ ਕਾਨੂੰਨੀ ਪ੍ਰਕਿਰਿਆ ਹੈ ਉਹ ਕਿਸੇ ਹੋਰ ਵੱਖਰੇ ਤਰੀਕੇ ਨਾਲ ਚੱਲੇਗੀ। ਇਸ ਵੇਲੇ ਉਸ ਤੇ ਗੈਂਗਸਟਰ ਦਾ ਠੱਪਾ ਹੈ, ਜਾਂ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਕੁਝ ਜਿਹੜੀਆਂ ਕਾਨੂੰਨਨ ਗਲਤ ਚੀਜ਼ਾਂ ਨੇ, ਗਤੀਵਿਧੀਆਂ ਨੇ, ਜਾਂ ਮਰਡਰ ਦੇ ਕੇਸ ਨੇ, ਜਾਂ ਐਸੀਆਂ ਚੀਜ਼ਾਂ ਨੇ, ਪਰ ਉਸ ਨੂੰ ਅੱਤਵਾਦੀ ਨਹੀਂ ਐਲਾਨਿਆ ਗਿਆ ਹਾਲੇ ਤੱਕ ਅਫੀਸ਼ੀਅਲ ਤੌਰ ਤੇ ਭਾਰਤ ਸਰਕਾਰ ਵੱਲੋਂ। ਸੋ ਇਸ ਖਬਰ ਨੂੰ ਆਪਾਂ ਜੋੜ ਕੇ ਦੇਖ ਸਕਦੇ ਹਾਂ, ਕਿਉਂਕਿ ਖਬਰ ਇਹ 10 ਦਿਨ ਪਹਿਲਾਂ ਦੀ ਹੈ ਔਰ ਕੇਂਦਰੀ ਜਿਹੜੇ ਸੁਰੱਖਿਆ ਬਲ ਨੇ, ਜਿਹੜੀਆਂ ਵੀ ਏਜੰਸੀਆਂ ਨੇ, CBI ਹੋਵੇ ਜਾਂ ਰॉ ਹੋਵੇ ਜਾਂ NIA ਹੋਵੇ, ਜਿਨ੍ਹਾਂ ਵੱਲੋਂ ਇਹ ਪ੍ਰਕਿਰਿਆ ਆਰੰਭੀ ਗਈ ਹੈ, ਉਹਨਾਂ ਦੀ ਇਹ ਕੋਸ਼ਿਸ਼ ਰਹੀ ਹੈ ਕਿ ਇਹ ਖਬਰ ਟੈਲੀਕਾਸਟ ਨਾ ਹੋਵੇ ਜਾਂ ਇਹ ਖਬਰ ਬਾਹਰ ਨਾ ਹੋਵੇ। ਇਹ ਕੋਸ਼ਿਸ਼ ਰਹੀ ਪਿਛਲੇ 8-10 ਦਿਨਾਂ ਤੋਂ ਇਸ ਖਬਰ ਨੂੰ ਦਬਾ ਕੇ ਰੱਖਣ ਦੀ ਜਾਂ ਰੋਕ ਕੇ ਰੱਖਣ ਦੀ, ਔਰ ਇਨ ਬਿਟਵੀਨ ਉਹਨਾਂ ਨੇ ਆਪਣੀ ਪ੍ਰੋਸੈਸ ਸ਼ੁਰੂ ਕੀਤੀ ਹੈ, ਜਿਹੜੀ ਕੱਲ ਖਬਰ ਆਈ ਕਿ ਅੱਤਵਾਦੀ ਐਲਾਨਣ ਦੀ ਪ੍ਰਕਿਰਿਆ ਚੱਲ ਰਹੀ ਹੈ। ਸੋ ਇਸ ਨੂੰ ਜੋੜ ਕੇ ਜ਼ਰੂਰ ਦੇਖਿਆ ਜਾ ਸਕਦਾ ਹੈ, ਇਹ ਕਨੈਕਸ਼ਨ ਆਪਣੇ ਆਪ ਦੇ ਵਿੱਚ ਹੈ। ਬਿਲਕੁਲ, ਕਿਤੇ ਨਾ ਕਿਤੇ ਸੁਰੱਖਿਆ ਏਜੰਸੀਆਂ ਤੇ ਪੁਲਿਸ ਤੇ ਇਹ ਪ੍ਰੈਸ਼ਰ ਵੀ ਸੀ, ਖਾਸ ਕਰਕੇ ਇੰਨਾ ਵੱਡਾ ਕਤਲ ਹੋਣ ਤੋਂ ਬਾਅਦ, ਕਿ ਐਸੇ ਜਿਹੜੇ ਗੁਨਾਹਗਾਰ ਨੇ ਜਾਂ ਬਾਹਰੋਂ ਬੈਠ ਕੇ ਕਿਵੇਂ ਪਲੈਨਿੰਗ ਕਰਦੇ ਨੇ, ਤਾਂ ਇਹਨਾਂ ਨੂੰ ਇਹ ਖੁੱਲ੍ਹ ਨਹੀਂ ਦਿੱਤੀ ਜਾ ਸਕਦੀ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਐਸਾ ਮਾਹੌਲ ਖਰਾਬ ਕਰਨ ਦੀ। ਤਾਂ ਉਸ ਤੋਂ ਬਾਅਦ ਲਗਾਤਾਰ ਇਹ ਕੋਸ਼ਿਸ਼ਾਂ ਹੋ ਰਹੀਆਂ ਸੀ ਕਿ ਇਹਨਾਂ ਨੂੰ ਲੱਭਿਆ ਜਾਵੇ। ਅਗਰ ਇਹ ਬਾਹਰ ਕੋਈ ਵੀ ਜਿਹੜਾ ਗੁਨਾਹਗਾਰ ਹੈ, ਭਾਵੇਂ ਉਹ ਸਚਿਨ ਥਾਪਨ ਇੱਥੋਂ ਫਰਾਰ ਹੋਇਆ, ਭਾਵੇਂ ਅਨਮੋਲ ਬਿਸ਼ਨੋਈ ਫਰਾਰ ਹੋਇਆ, ਭਾਵੇਂ ਗੋਲਡੀ ਬਰਾੜ ਜੋ ਕੈਨੇਡਾ ਦੇ ਵਿੱਚ ਹੀ ਬੈਠ ਕੇ ਸਾਰੀ ਪਲੈਨਿੰਗ ਕਰ ਰਿਹਾ ਸੀ, ਤਾਂ ਉਸ ਤੋਂ ਬਾਅਦ ਕੋਸ਼ਿਸ਼ਾਂ ਤੇਜ਼ ਹੋ ਗਈਆਂ ਕਿ ਇਹਨਾਂ ਨੂੰ ਕਿਸੇ ਤਰੀਕੇ ਵਾਪਸ ਲਿਆਂਦਾ ਜਾਵੇ ਤੇ ਇੱਥੇ ਇਹਨਾਂ ਦੇ ਉੱਤੇ ਕਾਰਵਾਈ ਹੋਵੇ। ਤਾਂ ਉਹ ਕੋਸ਼ਿਸ਼ਾਂ ਲਗਾਤਾਰ ਹੋ ਰਹੀਆਂ ਸੀ ਲੋਕੇਸ਼ਨ ਟ੍ਰੇਸ ਕਰਨ ਦੀਆਂ, ਜੋ ਅਸੀਂ ਪਹਿਲਾਂ ਵੀ ਜ਼ਿਕਰ ਕਰ ਰਹੇ ਹਾਂ ਕਿ ਨਿਊਜ਼ 18 ਨੇ ਹੀ ਇਹ ਖਬਰ ਬ੍ਰੇਕ ਕੀਤੀ ਸੀ ਕਿ ਕੈਲੀਫੋਰਨੀਆ ਦੇ ਵਿੱਚ ਚਲਾ ਗਿਆ ਸੀ, ਕੈਨੇਡਾ ਛੱਡ ਕੇ ਕੈਲੀਫੋਰਨੀਆ 'ਚ ਸ਼ਿਫਟ ਹੋ ਗਿਆ ਸੀ ਗੋਲਡੀ ਬਰਾੜ, ਤੇ ਹੁਣ ਕੈਲੀਫੋਰਨੀਆ ਦੇ ਵਿੱਚ ਹੀ ਉਸ ਨੂੰ ਡਿਟੇਨ ਕੀਤਾ ਗਿਆ। ਜੋ ਵੱਡੀ ਖਬਰ, ਅੱਜ ਦੀ ਸਭ ਤੋਂ ਵੱਡੀ ਖਬਰ ਹੈ, ਸਿੱਧੂ ਮੂਸੇਵਾਲਾ ਕਤਲकांड ਦਾ ਮਾਸਟਰਮਾਈਂਡ ਗੋਲਡੀ ਬਰਾੜ, ਡੇਰਾ ਪ੍ਰੇਮੀ ਪ੍ਰਦੀਪ ਕਤਲकांड ਦੇ ਵਿੱਚ ਸ਼ਾਮਲ ਉਸ ਦਾ ਵੀ ਮਾਸਟਰਮਾਈਂਡ, ਪਹਿਲਵਾਨ ਗੁਰਲਾਲ ਪਹਿਲਵਾਨ ਦੇ ਕਤਲकांड ਦੇ ਵਿੱਚ ਵੀ ਗੋਲਡੀ ਬਰਾੜ ਦੀ ਭੂਮਿਕਾ ਸੀ। ਤਾਂ ਬਾਹਰ ਬੈਠ ਕੇ ਕਿਸ ਤਰੀਕੇ ਦੇ ਨਾਲ ਇਹ ਕਤਲ ਪਲਾਨ ਕਰਦੇ ਨੇ, ਕਤਲਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ, ਸ਼ੂਟਰ ਮੁਹੱਈਆ ਕਰਵਾਉਂਦੇ ਨੇ, ਹਥਿਆਰ ਮੁਹੱਈਆ ਕਰਵਾਉਂਦੇ ਨੇ, ਤਾਂ ਉਹ ਖੁੱਲ ਹੁਣ ਕਿਤੇ ਨਾ ਕਿਤੇ ਇਹ ਜ਼ਰੂਰ ਸਾਫ਼ ਕੀਤਾ ਜਾ ਰਿਹਾ ਕਿ ਇਹ ਖੁੱਲ ਨਹੀਂ ਮਿਲਣ ਵਾਲੀ। ਇਸ ਤਰੀਕੇ ਦੇ ਨਾਲ ਕੋਈ ਵੀ ਬਾਹਰ ਬੈਠ ਕੇ ਜੇ ਅਜਿਹੇ ਪਲਾਨਿੰਗ ਕਰ ਰਿਹਾ ਹੈ, ਭਾਰਤ ਦੇ ਵਿੱਚ ਮਾਹੌਲ ਖਰਾਬ ਕਰ ਰਿਹਾ ਹੈ, ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰ ਰਿਹਾ ਹੈ, ਤਾਂ ਉਹ ਖੁੱਲ ਨਹੀਂ ਦਿੱਤੀ ਜਾ ਸਕਦੀ। ਤੇ ਇਹੀ ਹੁਣ ਨਜ਼ਰ ਆ ਰਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਵਿਜੇ ਅਸੀਂ ਪਹਿਲਾਂ ਵੀ ਜ਼ਿਕਰ ਕਰ ਰਹੇ ਸੀ ਕਿ ਸੁਰੱਖਿਆ ਏਜੰਸੀਆਂ ਲਗਾਤਾਰ ਕੋਸ਼ਿਸ਼ ਕਰ ਰਹੀਆਂ ਸੀ ਇਸ ਨੂੰ ਭਾਰਤ ਕਿਵੇਂ ਲਿਆਂਦਾ ਜਾਵੇ, ਤੇ ਇਸੇ ਦੀਆਂ ਕੋਸ਼ਿਸ਼ਾਂ ਦੇ ਵਿੱਚ ਸ਼ਾਮਲ ਸੀ ਜਦੋਂ ਇੰਟਰਪੋਲ ਨੇ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੈ। ਤਾਂ ਉਹ ਵੀ ਭਾਰਤੀ ਏਜੰਸੀਆਂ ਦੇ ਵੱਲੋਂ ਜੋ ਰਿਪੋਰਟਾਂ ਦਿੱਤੀਆਂ ਗਈਆਂ ਉਸ ਤੋਂ ਬਾਅਦ ਹੀ ਇੰਟਰਪੋਲ ਨੇ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ। ਬਿਲਕੁਲ ਭਾਰਤੀ ਏਜੰਸੀਆਂ ਦੀਆਂ ਰਿਪੋਰਟਾਂ ਦੇ ਆਧਾਰ ਤੇ ਹੀ ਇਸ ਨੂੰ ਪਿਨ ਪੁਆਇੰਟ ਕੀਤਾ ਗਿਆ, ਇਸ ਦੀ ਜਿਹੜੀ ਲੋਕੇਸ਼ਨ ਜਿਹੜੀ ਸੀ ਉਹ ਟ੍ਰੇਸ ਕੀਤੀ ਗਈ ਔਰ ਬਕਾਇਦਾ ਦੱਸੀ ਗਈ। ਉਸ ਦੇ ਵਿੱਚ AGTF ਦਾ ਵੀ ਰੋਲ ਰਿਹਾ ਹੈ, ਜਿਵੇਂ ਲੋਕੇਸ਼ਨਾਂ ਬਦਲਦਾ ਰਿਹਾ ਹੈ ਆਪਣੀਆਂ, ਉਸ ਦੇ ਵਿੱਚ CBI ਦਾ ਰੋਲ ਰਿਹਾ ਹੈ, ਕਿਉਂਕਿ ਰੈੱਡ ਕਾਰਨਰ ਨੋਟਿਸ ਜਦੋਂ ਜਾਰੀ ਹੁੰਦਾ ਔਰ ਬਗਾਨੇ ਮੁਲਕ ਦੇ ਵਿੱਚ ਜਦੋਂ ਤੁਸੀਂ ਕਿਸੇ ਮੁਜਰਮ ਨੂੰ ਟ੍ਰੇਸ ਕਰਨਾ ਹੁੰਦਾ ਤਾਂ ਉਹ ਸਾਰੀ ਜਿਹੜੀ ਕਾਰਵਾਈ ਹੈ ਉਹ CBI ਦੇ ਥਰੂ ਹੁੰਦੀ ਹੈ, ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਥਰੂ ਹੁੰਦੀ ਹੈ। ਉਸ ਦੇ ਵਿੱਚ NIA ਦਾ ਬਹੁਤ ਵੱਡਾ ਰੋਲ ਰਿਹਾ। NIA ਨੇ ਪ੍ਰੋਪਰ ਉੱਥੋਂ ਦੀਆਂ ਏਜੰਸੀਆਂ ਦੇ ਨਾਲ ਆਪਣਾ ਰਾਬਤਾ ਰੱਖਿਆ, ਇਨ ਟੱਚ ਰਹੇ ਔਰ ਇਹ ਲੋਕੇਸ਼ਨਾਂ ਦੱਸਦੇ ਰਹੇ। ਔਰ ਫਾਈਨਲੀ ਜਦੋਂ, ਕਿਉਂਕਿ ਉੱਥੋਂ ਦੀਆਂ ਜਿਹੜੀਆਂ ਏਜੰਸੀਆਂ ਨੇ ਉਹ ਇੱਕਦਮ ਜਿਵੇਂ ਆਪਣੀਆਂ ਏਜੰਸੀਆਂ ਰਿਐਕਟ ਕਰਦੀਆਂ ਨੇ ਹਿੰਦੁਸਤਾਨ ਦੀਆਂ, ਉਹ ਇਸ ਤਰੀਕੇ ਨਾਲ ਨਹੀਂ ਕਰਦੇ, ਉਹਨਾਂ ਦਾ ਕੰਮ ਕਰਨ ਦੇ ਤਰੀਕੇ ਜਿਹੜੇ ਵੱਖਰੇ ਨੇ। ਸੋ ਉਹਨਾਂ ਵੱਲੋਂ ਜਦੋਂ ਉਹਨਾਂ ਨੂੰ ਕਨਫਰਮ ਹੋਇਆ ਕਿ ਹਾਂ ਇਹੀ ਉਹ ਵਿਅਕਤੀ ਹੈ ਜੋ ਇੰਡੀਆ ਦੇ ਵਿੱਚ ਮੋਸਟ ਵਾਂਟਡ ਹੈ ਔਰ ਜਿਸ ਨੇ ਇੱਕ ਬਹੁਤ ਵੱਡੇ ਕਤਲकांड ਨੂੰ ਅੰਜਾਮ ਦਿੱਤਾ ਹੈ ਪਿਛਲੇ ਦਿਨਾਂ ਦੇ ਵਿੱਚ ਸਿੱਧੂ ਮੂਸੇਵਾਲਾ ਦਾ, ਔਰ ਉਸ ਤੋਂ ਬਾਅਦ ਫਿਰ ਇਸ ਦੀਆਂ ਲੋਕੇਸ਼ਨਾਂ ਤੇ ਜ਼ਿਆਦਾ ਤਿੱਖੀ ਨਜ਼ਰ ਰੱਖੀ ਗਈ ਔਰ ਉਸ ਤੋਂ ਬਾਅਦ ਇਸ ਨੂੰ ਉਸ ਏਰੀਆ ਦੇ ਵਿੱਚ
ਡਿਟੇਨ ਕਰ ਲਿਆ ਗਿਆ ਜਾਂ ਹੁਣ ਉਹ ਉਸ ਦੀ ਆਫੀਸ਼ੀਅਲ ਅਰੈਸਟ ਤੇ ਉਹ ਕਿਉਂਕਿ ਡਾਕੂਮੈਂਟੇਸ਼ਨ ਚੱਲੇਗੀ ਜੇ ਉਸਨੇ ਆਲਰੇਡੀ ਅਸਾਈਲਮ ਅਪਲਾਈ ਕੀਤਾ ਹੋਇਆ ਹੈ, ਜਿਵੇਂ ਜਾਣਕਾਰੀ ਨਿਕਲ ਕੇ ਆ ਰਹੀ ਹੈ ਸੋਰਸਿਸ ਤੋਂ ਕਿ ਉਸਨੇ ਅਸਾਈਲਮ ਦੇ ਲਈ ਉੱਥੇ ਅਸਾਈਲਮ ਦਾ ਮਤਲਬ ਹੁੰਦਾ ਕਿ ਜਦੋਂ ਤੁਸੀਂ ਇਹ ਉੱਥੋਂ ਦੀ ਕੋਰਟ ਦੇ ਵਿੱਚ ਸਾਬਿਤ ਕਰਦੇ ਹੋ ਕਿ ਸਾਡੇ ਦੇਸ਼ ਦੇ ਵਿੱਚ ਸਾਡੀ ਜਾਨ ਨੂੰ ਖਤਰਾ ਹੈ ਔਰ ਮੇਰੇ ਤੇ ਨਜਾਇਜ਼ ਉਸ ਦੇਸ਼ ਦੀ ਸਰਕਾਰ ਜਿਹੜੀ ਆ ਉਹ ਕਾਰਵਾਈ ਕਰ ਰਹੀ ਹੈ ਜਾਂ ਨਜਾਇਜ਼ ਫਸਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਇਸ ਤਰੀਕੇ ਦੇ ਆਧਾਰ ਬਣਾ ਕੇ ਅਸਾਈਲਮ ਦੇ ਲਈ ਉੱਥੇ ਅਪਲਾਈ ਕੀਤਾ ਜਾਂਦਾ ਔਰ ਬਹੁਤ ਲੋਕਾਂ ਨੇ ਲਈ ਵੀ ਹੋਈ ਹੈ ਉੱਥੇ ਅਸਾਈਲਮ ਉਹਨਾਂ ਨੂੰ ਮਿਲ ਜਾਂਦੀ ਹੈ। ਸੋ ਇਸ ਤਰੀਕੇ ਨਾਲ ਕੋਸ਼ਿਸ਼ ਗੋਲਡੀ ਬਰਾੜ ਦੀ ਰਹੀ ਹੈ, ਪਰ ਹੁਣ ਤੱਕ ਗੋਲਡੀ ਬਰਾੜ ਕਿਸ ਆਧਾਰ ਤੇ ਉੱਥੇ ਰਹਿੰਦਾ ਰਿਹਾ, ਕਿਹੜਾ ਵੀਜ਼ਾ ਉਸਦੇ ਕੋਲ ਸੀ, ਕੀ ਵਰਕ ਪਰਮਿਟ ਸੀ, ਕੀ ਉਸਨੇ ਪੀਆਰ ਦੇ ਲਈ ਪਹਿਲਾਂ ਕਦੇ ਅਪਲਾਈ ਕੀਤਾ ਸੀ, ਕਿਸ ਬੇਸ ਤੇ ਉੱਥੇ ਗਿਆ ਸੀ। ਸੋ ਇਸ ਸਭ ਦੀ ਜਾਂਚ ਹੋਏਗੀ ਔਰ ਉਸ ਤੋਂ ਬਾਅਦ ਹੀ ਫਿਰ ਆਪਾਂ ਕਹਿ ਸਕਦੇ ਹਾਂ ਕਿ ਐਕਸਟ੍ਰੈਡੀਸ਼ਨ ਦੀ ਪ੍ਰਕਿਰਿਆ ਜਿਹੜੀ ਹੈ ਉਸ ਨੂੰ ਅਮਲ ਦੇ ਵਿੱਚ ਲਿਆਂਦਾ ਜਾ ਸਕਦਾ। ਬਿਲਕੁਲ, ਇਹ ਵੀ ਜ਼ਿਕਰ ਅਸੀਂ ਲਗਾਤਾਰ ਕਰ ਰਹੇ ਹਾਂ ਕਿ ਇਹ ਪ੍ਰੋਸੈਸ ਲੰਬਾ ਹੋ ਸਕਦਾ, ਜਿਵੇਂ ਜ਼ਿਕਰ ਇਹ ਵੀ ਕਰਨਾ ਇੰਪੋਰਟੈਂਟ ਹੈ ਵਿਜੇ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਦਾ ਵੀ ਬਿਆਨ ਆ ਚੁੱਕਿਆ ਹੈ ਨਿਊਜ਼ 18 ਦੇ ਉੱਤੇ ਕਿ ਉਹਨਾਂ ਨੂੰ ਯਕੀਨ ਨਹੀਂ ਆ ਰਿਹਾ ਇਸ ਗੱਲ ਦਾ, ਕਿਉਂਕਿ ਅਜੇ ਤੱਕ ਅਧਿਕਾਰਕ ਪੁਸ਼ਟੀ ਨਹੀਂ ਹੋਈ, ਜੋ ਅਸੀਂ ਵਾਰ-ਵਾਰ ਜ਼ਿਕਰ ਕਰ ਰਹੇ ਹਾਂ। ਸੋ ਇਸ ਦੇ ਵਿੱਚ ਕੁਝ ਟਾਈਮ ਵੀ ਲੱਗ ਸਕਦਾ ਹੈ, ਅਧਿਕਾਰਕ ਪੁਸ਼ਟੀ ਹੋਣ ਦੇ ਵਿੱਚ ਹੋ ਸਕਦਾ ਹੈ ਕੁਝ ਦਿਨ ਵੀ ਲੱਗ ਜਾਣ, ਪਰ ਇਹ ਖਬਰ ਜਿਹੜੀ ਅਸੀਂ ਨਿਊਜ਼ 18 ਪੰਜਾਬ ਹਰਿਆਣਾ ਤੇ ਦਿਖਾ ਰਹੇ ਹਾਂ ਦਰਸ਼ਕਾਂ ਨੂੰ, ਇਹ ਖਬਰ ਸਿੱਧੂ ਮੂਸੇਵਾਲਾ ਦੇ ਪਰਿਵਾਰ ਲਈ, ਸਿੱਧੂ ਮੂਸੇਵਾਲਾ ਦੇ ਮਾਪਿਓ ਲਈ, ਸਿੱਧੂ ਮੂਸੇਵਾਲਾ ਦੇ ਚਾਹਣ ਵਾਲਿਆਂ ਦੇ ਲਈ, ਉਸਦੇ ਫੈਨਸ ਦੇ ਲਈ ਇੱਕ ਵੱਡੀ ਰਾਹਤ ਭਰੀ ਖਬਰ ਇਸ ਨੂੰ ਕਿਹਾ ਜਾ ਸਕਦਾ ਹੈ। ਔਰ ਜ਼ਾਹਿਰ ਜੀ ਗੱਲ ਹੈ ਕਿ ਜਿਹੜੀਆਂ ਸੁਰੱਖਿਆ ਏਜੰਸੀਆਂ ਨੇ, ਇੰਡੀਅਨ ਜਿਹੜੀਆਂ ਸਿਕਿਉਰਿਟੀ ਫੋਰਸਿਸ ਨੇ, ਚਾਹੇ ਸੀਬੀਆਈ ਹੋਵੇ, ਚਾਹੇ ਐਨਆਈਏ ਹੋਵੇ, ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਹੋਵੇ, ਪੰਜਾਬ ਦੀ ਏਜੀਟੀਐਫ ਹੋਵੇ, ਸੋ ਇਹਨਾਂ ਸਭ ਦਾ ਇੱਕ ਬਹੁਤ ਵਧੀਆ ਰੋਲ ਰਿਹਾ ਔਰ ਇਹਨਾਂ ਨੇ ਇਸ ਕੰਮ ਨੂੰ ਇੱਕ ਬੜੇ ਖੂਫੀਆ ਢੰਗ ਦੇ ਨਾਲ ਅੰਜਾਮ ਦਿੱਤਾ ਹੈ, ਬਹੁਤ ਖੂਫੀਆ ਤਰੀਕੇ ਨਾਲ ਅੰਜਾਮ ਦਿੱਤਾ ਗਿਆ, ਕਿਉਂਕਿ ਹਰ ਚੀਜ਼ ਕਈ ਵਾਰ ਮੀਡੀਆ ਦੇ ਵਿੱਚ ਸਾਹਮਣੇ ਲਿਆਉਣ ਵਾਲੀ ਜਾਂ ਹਰ ਚੀਜ਼ ਸ਼ੇਅਰ ਕਰਨ ਵਾਲੀ ਨਹੀਂ ਹੁੰਦੀ। ਪਿਛਲੇ ਦਿਨਾਂ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਮਾਪਿਆਂ ਦਾ ਦਰਦ ਛਲਕਦਾ ਰਿਹਾ ਸਮੇਂ-ਸਮੇਂ ਤੇ, ਕਿਉਂਕਿ ਸਭ ਤੋਂ ਵੱਡਾ ਤੇ ਉਹਨਾਂ ਦਾ ਰੰਜ ਇਹੀ ਸੀ ਸੁਰੱਖਿਆ ਏਜੰਸੀਆਂ ਦੇ ਨਾਲ ਜਾਂ ਸਰਕਾਰਾਂ ਦੇ ਨਾਲ ਕਿ ਜਿਹੜਾ ਸਭ ਤੋਂ ਵੱਡਾ ਕਨਸਪੀਰੇਟਰ ਸੀ ਇਸ ਪੂਰੇ ਕਤਲकांड ਦਾ ਮਾਸਟਰਮਾਈਂਡ ਸੀ ਗੋਲਡੀ ਬਰਾੜ, ਉਹ ਹਲੇ ਤੱਕ ਖੁੱਲਾ ਘੁੰਮ ਰਿਹਾ, ਉਸ ਨੂੰ ਕਦੋਂ ਫੜਿਆ ਜਾਏਗਾ। ਇਹੀ ਵਜ੍ਹਾ ਸੀ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਦਾ ਬਲਕੌਰ ਸਿੰਘ ਸਿੱਧੂ ਹੋਰਾਂ ਦਾ ਦਰਦ ਵਾਰ-ਵਾਰ ਛਲਕਦਾ ਰਿਹਾ ਔਰ ਉਹਨਾਂ ਨੇ ਆਪਣੇ ਵੱਲੋਂ 2 ਕਰੋੜ ਦੇ ਇਨਾਮ ਤੱਕ ਦਾ ਵੀ ਕੱਲ ਐਲਾਨ ਕਰ ਦਿੱਤਾ ਸੀ। ਪਰ ਜਿਸ ਵੇਲੇ ਸਿੱਧੂ ਮੂਸੇਵਾਲਾ ਦੇ ਪਿਤਾ ਇਹ ਐਲਾਨ ਕਰ ਰਹੇ ਸੀ, ਉਸ ਵੇਲੇ ਉਹਨਾਂ ਨੂੰ ਵੀ ਇਸ ਗੱਲ ਦਾ ਨਹੀਂ ਪਤਾ ਸੀ ਕਿ ਗੋਲਡੀ ਬਰਾੜ ਆਲਰੇਡੀ ਜਿਹੜਾ ਹੈ ਗਿਰਫਤ ਦੇ ਵਿੱਚ ਆ ਚੁੱਕਿਆ ਹੈ, ਉਸ ਤੇ ਨਜ਼ਰ ਜਿਹੜੀ ਆ ਉਹ ਰੱਖ ਲਈ ਗਈ ਹੈ, ਉਸ ਨੂੰ ਇੱਕ ਏਰੀਆ ਡਿਟੇਨ ਕਰ ਦਿੱਤਾ ਗਿਆ ਕਿ ਇੱਥੇ ਉਸ ਨੂੰ ਰੱਖਿਆ ਗਿਆ ਹੈ। ਸੋ ਹੁਣ ਅੱਗੇ ਦੀ ਜਿਹੜੀ ਪ੍ਰੋਸੈਸ ਹੈ ਇਹ ਤੇ ਹਰ ਕੋਈ ਜਾਣਦਾ ਹੈ, ਜਿਹੜੇ ਉਸ ਦੇਸ਼ 'ਚ ਰਹਿੰਦੇ ਨੇ ਉਹ ਲੋਕ ਵੀ ਤੇ ਜਿਹੜੇ ਇਸ ਦੇਸ਼ 'ਚ ਰਹਿੰਦੇ ਨੇ ਉਹ ਲੋਕ ਵੀ ਇਹ ਜਾਣਦੇ ਨੇ ਕਿ ਇਸ ਪ੍ਰੋਸੈਸ ਨੂੰ ਹੁਣ ਅਮਲ ਦੇ ਵਿੱਚ ਕਿਵੇਂ ਲਿਆਂਦਾ ਜਾਣਾ ਹੈ, ਕਿਵੇਂ ਗੋਲਡੀ ਬਰਾੜ ਨੂੰ ਹਿੰਦੁਸਤਾਨ ਦੇ ਵਿੱਚ ਲਿਆ ਕੇ ਇੱਥੇ ਉਸਦੇ ਗੁਨਾਹਾਂ ਦੀ ਸਜ਼ਾ ਦਿੱਤੀ ਜਾਣੀ ਹੈ। ਸੋ ਇਹ ਚੀਜ਼ ਅਸੀਂ ਵਾਰ-ਵਾਰ ਇੱਕ ਵਾਰੀ ਫਿਰ ਕਹਿ ਰਹੇ ਹਾਂ ਕਿ ਇਹ ਚੀਜ਼ ਪ੍ਰੂਵ ਹੋ ਗਈ ਹੈ, ਇਹ ਚੀਜ਼ ਭਾਰਤ ਦੀਆਂ ਜਿਹੜੀਆਂ ਸੁਰੱਖਿਆ ਫੋਰਸਿਸ ਨੇ ਉਹਨਾਂ ਨੇ ਪ੍ਰੂਵ ਕਰ ਦਿੱਤੀ ਹੈ ਕਿ ਕਾਨੂੰਨ ਦੇ ਹੱਥ ਬਹੁਤ ਲੰਮੇ ਹੈ ਤੇ ਕੋਈ ਵੀ ਮੁਜਰਮ ਕਿੱਡਾ ਹੀ ਆਪਣੇ ਆਪ ਨੂੰ ਸ਼ਾਤਰ ਸਮਝਦਾ ਹੋਵੇ ਉਹ ਕਾਨੂੰਨ ਦੇ ਲੰਮੇ ਹੱਥਾਂ ਤੋਂ ਬਚ ਨਹੀਂ ਸਕਦਾ, ਕਾਨੂੰਨ ਦੇ ਸ਼ਿਕੰਜੇ ਤੋਂ ਬਚ ਨਹੀਂ ਸਕਦਾ। ਇਹ ਗੋਲਡੀ ਬਰਾੜ ਦੀ ਇਸ ਹਿਰਾਸਤ ਦੀ ਕਾਰਵਾਈ ਨੇ ਇਸ ਨੂੰ ਸਾਬਿਤ ਕਰ ਦਿੱਤਾ ਹੈ ਕਿ ਕੋਈ ਵੀ ਕੱਲ ਨੂੰ ਕਿਸੇ ਵੱਡੇ ਕਾਂਡ ਨੂੰ ਅੰਜਾਮ ਦੇਗਾ ਤੇ ਉਹ ਕਾਨੂੰਨ ਦੀਆਂ ਨਜ਼ਰਾਂ ਤੋਂ ਬਚੇਗਾ ਨਹੀਂ। ਔਰ ਵਾਰ-ਵਾਰ ਫਿਰ ਅਸੀਂ ਇਹ ਗੱਲ ਕਹਿ ਰਹੇ ਹਾਂ ਕਿ ਇਹ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਲਈ, ਉਸਦੇ ਮਾਤਾ-ਪਿਤਾ ਦੇ ਲਈ, ਉਸਦੇ ਚਾਹਣ ਵਾਲਿਆਂ ਲਈ, ਉਸਦੇ ਫੈਨਸ ਦੇ ਲਈ ਇੱਕ ਰਾਹਤ ਭਰੀ ਖਬਰ ਮੁੱਢਲੇ ਤੌਰ ਤੇ ਹੋ ਸਕਦੀ ਹੈ।